ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਅੱਜ ਆਪਾਂ ਲੈ ਕੇ ਆਏ ਬਾਰਡ ਅਟੈਂਡੈਂਟ ਦਾ ਪਾਰਟ ਨੰਬਰ 3। ਠੀਕ ਹੈ ਜੀ। ਤੇ ਰਹੀ ਗੱਲ ਜੀਕੇ ਦੀ ਮੈਰਾਥਨ ਦੀ, ਤੁਹਾਨੂੰ ਬੱਚਿਆਂ ਨੂੰ ਜੀਕੇ ਦੀ ਬਹੁਤ ਟੈਨਸ਼ਨ ਹੋਈ ਪਈ ਹੈ। ਜੀਕੇ ਦਾ ਤੁਹਾਨੂੰ ਠੀਕ ਹੈ, ਅੱਜ ਕਿੰਨੀ ਤਰੀਕ ਹੈ? 2 ਤਰੀਕ ਹੈ। ਪਰਸੋਂ ਤੁਹਾਨੂੰ 4 ਤਰੀਕ ਨੂੰ ਜੀਕੇ ਦੀ ਮੈਰਾਥਨ ਕਲਾਸ ਮਿਲ ਜੂ, ਪ੍ਰੋਵਾਈਡ ਕਰਵਾ ਦੂੰਗਾ। 2 ਘੰਟੇ ਦੀ ਕਲਾਸ ਹੋਊਗੀ, 2 ਜਾਂ 3 ਘੰਟੇ ਦੀ ਕਲਾਸ ਤੁਹਾਨੂੰ ਲਗਵਾ ਦੂੰਗਾ। ਠੀਕ ਹੈ। ਤੇ ਇਹਦੇ ਭਾਈ ਆਪਣੇ ਦੇਖੋ, ਹੁਣ ਬੱਚਿਆਂ ਨੂੰ ਇਹ ਕਨਫਿਊਜ਼ਨ ਹੈਗੀ ਭਾਈ ਕੀ ਕਰੀਏ ਕੀ ਨਾ ਕਰੀਏ, ਉਲਝੇ ਪਏ ਆ ਸਾਰੇ। ਠੀਕ ਹੈ ਕਿ MCQ ਕਿਵੇਂ ਕਰੀਏ ਇਹਦੇ। ਦੇਖੋ ਭਾਈ MCQ ਬੱਚੇ ਤੁਹਾਨੂੰ ਕਰਨੇ ਪੈਣਗੇ। MCQ ਵਾਸਤੇ ਤੁਹਾਨੂੰ ਮੈਂ ਇੱਕ ਪਲੇਲਿਸਟ ਸੈਂਡ ਕੀਤੀ ਹੋਈ ਹੈ ਵਿਨੋਦ ਸਰ ਦੀ। ਠੀਕ ਹੈ, ਵਿਨੋਦ ਸਰ ਦੀ PDF ਉਹ ਤੁਹਾਨੂੰ ਮੈਂ ਸੈਂਡ ਕਰੀ ਹੋਈ ਹੈ ਆਪਣੇ ਟੈਲੀਗ੍ਰਾਮ ਦੇ ਵਿੱਚ। ਟੈਲੀਗ੍ਰਾਮ ਦਾ ਨਾਮ ਹੈਗਾ ਆਪਣੇ ਦਾ ਫ੍ਰੀ ਪੰਜਾਬ ਐਗਜ਼ਾਮ ਸਟੱਡੀ। ਉਹਦੇ ਵਿੱਚ ਵਿਨੋਦ ਸਰ ਦੇ ਕਰਵਾਏ ਹੋਏ ਆ ਲੈਕਚਰ ਲੱਗੇ ਹੋਏ ਆ ਇਹਦੇ ਬਾਰਡ ਅਟੈਂਡੈਂਟ ਦੇ। ਉਹਨਾਂ ਨੇ ਉਹਦੇ ਵਿੱਚ ਘੱਟੋ ਘੱਟ ਨਾ ਵਾਲਾ 500 ਪਲੱਸ MCQ ਕਰਵਾਇਆ ਹੋਇਆ ਹੈਗਾ। ਠੀਕ ਹੈ, 500 ਪਲੱਸ MCQ ਕਰਵਾਇਆ ਹੋਇਆ ਹੈਗਾ। ਬਾਕੀ ਉਹ ਉਸੇ ਯੂਨੀਵਰਸਿਟੀ ਦੇ ਹੀ ਮਤਲਬ ਜਿਹੜੇ ਉਹ ਸਬਜੈਕਟ ਹੈਗੇ ਉਹਨਾਂ ਸਬਜੈਕਟਾਂ ਦੀ ਉਹ ਸਪੈਸ਼ਲ ਟੀਚਰ ਨੇ। ਠੀਕ ਹੈ, ਸਪੈਸ਼ਲ ਉਸੇ ਸਬਜੈਕਟਾਂ ਦੇ ਟੀਚਰ ਹੀ ਆ ਵਿਨੋਦ ਸਰ। ਤੁਸੀਂ ਉਹਨਾਂ ਦੇ ਲੈਕਚਰ ਜਾ ਕੇ ਲਾ ਸਕਦੇ ਹੋ। ਆਪਣੇ ਉਹਦੇ ਵਿੱਚ ਪਏ ਹੈਗੇ, ਪਲੇਲਿਸਟ ਦੇ ਵਿੱਚ ਪਏ ਉਹਨਾਂ ਦੇ ਲੈਕਚਰ, ਤਾਂ ਤੁਸੀਂ ਲਾ ਸਕਦੇ ਹੋ ਉਹਨਾਂ ਦੇ ਲੈਕਚਰ। ਠੀਕ ਹੈ, ਉਹਦੇ 'ਚ ਸਾਰੇ MCQ ਕਵਰ ਕਰਵਾਏ ਹੋਏ ਹੈਗੇ। ਅਤੇ ਆਪਾਂ ਅਗਲੀ ਥਿਊਰੀ ਕਵਰ ਕਰਨੀ ਹੈ, MCQ ਤੁਸੀਂ ਉਹ ਤੋਂ ਉਹਨਾਂ ਤੋਂ ਕਵਰ ਕਰ ਲਓ। ਚੈਨਲ ਦੇ ਵਿੱਚ ਹੀ ਪਲੇਲਿਸਟ ਪਈ ਹੈ ਉਹਨਾਂ ਦੀ। ਠੀਕ ਹੈ, ਅਤੇ ਬਸ ਆਪਣੀਆਂ ਥਿਊਰੀਆਂ ਵੀ ਸਾਰੀਆਂ ਕੰਪਲੀਟ ਆ ਲਗਭਗ। ਇੱਕ ਤਾਂ ਆਪਣਾ ਰਹਿ ਗਿਆ ਪਾਚਨ ਤੰਤਰ, ਇੱਕ ਸਾਹ ਪ੍ਰਣਾਲੀ, ਇੱਕ ਹਾਰਟ। ਠੀਕ ਹੈ, ਇੱਕ ਸਕੈਟਲ ਸਿਸਟਮ। ਬਸ 4 ਟੋਪਿਕ ਰਹਿ ਗਏ ਆਪਣੇ। ਇਹ 2 ਟੋਪਿਕ ਕੱਲ੍ਹ ਨੂੰ ਮਿਲ ਜਾਣਗੇ ਤੁਹਾਨੂੰ, ਇੱਕ ਪਰਸੋਂ ਮਿਲ ਜੂ। ਤੁਹਾਡਾ ਸਿਲੇਬਸ ਕੰਪਲੀਟ ਆ ਭਾਈ। ਤੁਸੀਂ ਬਸ ਇਹਦੀ ਹੁਣ ਰਿਵੀਜ਼ਨ ਕਰ ਲਓ ਚੰਗੀ ਤਰ੍ਹਾਂ। ਠੀਕ ਹੈ, ਅਤੇ ਜੇ ਕੋਈ ਮਾੜਾ ਮੋਟਾ ਹੋਇਆ ਵੀ ਉਹ MCQ ਦੇ ਵਿੱਚ ਕਵਰ ਹੋ ਜੂ ਤੁਹਾਡਾ। ਦੇਖੋ ਅੱਜ ਆਪਾਂ ਗੱਲ ਕਰਦੇ ਹਾਂ ਮਸਕੂਲਰ ਟਿਸ਼ੂ ਕੀ ਹੁੰਦੇ ਆ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਬਾਰਡ ਅਟੈਂਡੈਂਟ ਦੇ ਸ਼ੈੱਲ ਨੰਬਰ ਪਾਰਟ ਦਾ ਨੰਬਰ 3 ਹੈਗਾ। ਕਹਿੰਦੇ ਮਸਕੂਲਰ ਟਿਸ਼ੂ ਕਿਹੜੇ ਹੁੰਦੇ ਆ ਸਾਡੇ ਮਸਲ ਦੇ ਵਿੱਚ। ਮਸਲ ਨੂੰ ਕੀ ਕਹਿੰਦੇ, ਮਾਸਪੇਸ਼ੀਆਂ ਜਿਹੜੀਆਂ ਆਪਣੇ ਉਹਨੂੰ ਮਸਲ ਕਹਿ ਦਿੰਦੇ ਆ। ਸਾਡੀ ਮਾਸਪੇਸ਼ੀਆਂ ਦੇ ਵਿੱਚ 2 ਤਰ੍ਹਾਂ ਦੇ ਪ੍ਰੋਟੀਨ ਹੁੰਦੇ ਆ, ਜਾਂ ਸਾਡੇ ਮਸਲ ਦੇ ਵਿੱਚ 2 ਤਰ੍ਹਾਂ ਦੇ ਪ੍ਰੋਟੀਨ ਹੁੰਦੇ ਆ ਜੋ ਸਾਡੇ ਲਈ ਬਹੁਤ ਸਾਰੇ ਅਹਿਮ ਹੁੰਦੇ ਹਨ। ਪੁੱਛਿਆ ਜਾ ਸਕਦਾ ਕਿ ਜਿਹੜੇ ਆਪਣੇ ਮਸਲ ਹੈਗੇ ਜਾਂ ਆਪਣੀਆਂ ਮਾਸਪੇਸ਼ੀਆਂ ਉਹਨਾਂ ਦੇ ਵਿੱਚ ਕਿੰਨੇ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਆ। ਉਹਦੇ ਵਿੱਚ 2 ਤਰ੍ਹਾਂ ਦੇ ਪ੍ਰੋਟੀਨ ਹੁੰਦੇ ਆ, ਐਕਟਿਨ ਅਤੇ ਮਾਇਓਸਿਨ। ਪਹਿਲਾ ਪ੍ਰਸ਼ਨ ਤਾਂ ਇੱਥੇ ਹੀ ਬਣ ਗਿਆ। ਜਾਂ ਇਹ ਪੁੱਛ ਸਕਦੇ ਕਿ ਐਕਟਿਨ ਅਤੇ ਮਾਇਓਸਿਨ ਕੀ ਹੈਗੇ। ਐਕਟਿਨ ਅਤੇ ਮਾਇਓਸਿਨ ਭਾਈ ਹੈਗੇ ਆਪਣੇ ਸਰੀਰ ਦੀਆਂ ਮਾਸਪੇਸ਼ੀਆਂ ਦੇ ਵਿੱਚ ਇੱਕ ਪ੍ਰੋਟੀਨ ਭਰਿਆ ਵਾ ਹੁੰਦਾ। ਕਿਹੜਾ ਹੈਗਾ? ਐਕਟਿਨ ਅਤੇ ਮਾਇਓਸਿਨ। ਕਿੰਨੇ ਤਰ੍ਹਾਂ ਦੇ ਹੁੰਦੇ? ਇਹ 2 ਤਰ੍ਹਾਂ ਦੇ ਹੁੰਦੇ ਆ। ਠੀਕ ਹੈ, ਕੀ ਕੰਮ ਹੈ ਇਹਦਾ? ਇਸ ਨਾਲ ਮਸਲ ਫੈਲਣ ਅਤੇ ਸੁੰਗੜਨ। ਦੇਖੋ ਜਦੋਂ ਆਪਾਂ ਡੌਲਾ ਬਣਾਉਂਦੇ ਆਪਣਾ ਡੌਲਾ ਬਣ ਜਾਂਦਾ। ਠੀਕ ਹੈ, ਜਦੋਂ ਆਪਾਂ ਢਿੱਡ ਅੰਦਰ ਨੂੰ ਖਿੱਚਦੇ ਆਪਾਂ ਢਿੱਡ ਅੰਦਰ ਨੂੰ ਖਿੱਚਿਆ ਜਾਂਦਾ। ਠੀਕ ਹੈ, ਜਦੋਂ ਆਪਾਂ ਕਿਸੇ ਚੀਜ਼ ਬਰੀਕ ਚੀਜ਼ ਵਿੱਚ ਲੰਘਣਾ ਗਾ ਆਪਾਂ ਇਕੱਠੇ ਜਿਹੇ ਹੋ ਕੇ ਲੰਘ ਜਾਂਦੇ ਹਾਂ। ਹੁਣ ਤੁਸੀਂ ਦੇਖਿਆ ਤਾਂ ਹੋਊਗਾ ਆਪਣੇ ਵਾਲੇ ਪਤੰਦਰ ਕਿਹੜਾ ਸੀ ਭਾਈ, ਸਾਇੰਸ ਮੇਲਾ ਆਇਆ ਸਾਡਾ। 10ਵੀਂ ਦੀ ਗੱਲ ਦੱਸਦਾ ਤੁਹਾਨੂੰ ਮੈਂ। ਸਾਨੂੰ ਸਾਡਾ ਝੋਟਾ ਮਾਸਟਰ ਜਿਹੜਾ ਤੁਹਾਨੂੰ ਦੱਸਿਆ ਸੀ ਮੇਰੇ ਪੰਜਾਬੀ ਵਾਲਾ, ਅਤੇ ਉਹ ਆ ਗਿਆ ਸਾਡੇ ਕੋਲ ਲੈ ਕੇ ਮਰੂਤੀ। ਕਹਿੰਦਾ ਬੱਚੋ ਆਪਣਾ ਮੈਡਮ ਨੇ ਮੇਰੀ ਡਿਊਟੀ ਲਈ ਹੈ, ਕਹਿੰਦਾ ਆਪਣਾ ਸਾਇੰਸ ਮੇਲੇ 'ਤੇ ਜਾਣਾ ਆਪਾਂ ਬਠਿੰਡੇ। ਮੈਂ ਕਿਹਾ ਚੱਲੋ ਜੀ। ਅਤੇ ਅਸੀਂ ਹੈਗੇ ਸੀ ਮੁੰਡੇ 7 ਜਣੇ। ਇੱਕ ਉਹ ਆਪ ਬਾਹਲਾ ਭਾਰੀ ਸੀ, ਇੱਕ ਗੱਡੀ ਮਰੂਤੀ ਸੀ, ਇੱਕ ਸਿਲੰਡਰ। ਮੈਂ ਕਿਹਾ ਸਿਲੰਡਰ ਤਾਂ ਨਹੀਂ ਬੈਠਾ ਡਿੱਗੀ 'ਚ, ਅਤੇ ਉਹ ਸਿਲੰਡਰ 'ਚ ਹੁੰਦੀ ਸੀ ਗੱਡੀ। ਅਸੀਂ ਹੁਣ ਉਹ ਮਰੂਤੀ ਦੇ ਵਿੱਚ 7 ਜਣੇ ਵੜ ਗਏ। 2 ਜਣੇ ਤਾਂ ਮੂਹਰੇ ਬਹਿ ਗਏ ਅਤੇ 5 ਜਣੇ ਬਹਿ ਗਏ ਮਗਰ। ਇੱਕ ਦੂਜੇ ਦੇ ਉੱਤੇ ਬੈਠ, ਬੁਰਾ ਹਾਲ। ਸੀਸਿਆਂ ਨਾਲ ਮੂੰਹ ਲੱਗੇ ਪਏ ਭਾਈ ਸਾਡੇ। ਠੀਕ ਹੈ, ਨਾ ਕਿਸੇ ਨੂੰ ਸਾਹ ਆਵੇ, ਬੁਰਾ ਹਾਲ ਹੋ ਗਿਆ। ਮਸਾਂ ਬਠਿੰਡੇ ਗਏ। ਬਠਿੰਡੇ ਜਾ ਕੇ ਪਹਿਲਾਂ ਤਾਂ ਲੱਤਾਂ ਦੀ ਮਸਾਜ ਕਰਾਈ। ਠੀਕ ਹੈ, ਤਾਂ ਉਹ ਜਿਹੜੇ ਅਸੀਂ ਹੁਣ 7 ਜਣੇ ਬਹਿ ਗਏ ਸੀ ਇੱਕ ਮਰੂਤੀ ਦੀ ਗੱਡੀ ਦੇ ਵਿੱਚ। ਉਹ ਕਾਹਦੇ ਕਰਕੇ ਬਹਿ ਗਏ? ਉਹ ਸੀ ਆਹ 2 ਸੀ ਜਿਹੜੇ ਪ੍ਰੋਟੀਨ ਆਪਣੇ ਮਾਸਪੇਸ਼ੀਆਂ ਦੇ ਵਿੱਚ ਇਹਨਾਂ ਕਰਕੇ ਬਹਿ ਗਏ। ਕਿਹੜੇ? ਐਕਟਿਨ ਅਤੇ ਮਾਈਓਸਿਨ ਕਰਕੇ। ਕਿਉਂਕਿ ਇਹ ਆਪਣੇ ਸਰੀਰ ਦੇ ਵਿੱਚ ਜਿਹੜੇ ਮਸਲ ਹੁੰਦੇ ਆ ਉਹਨਾਂ ਨੂੰ ਫੈਲਣ ਵੀ ਦਿੰਦੇ ਆ ਅਤੇ ਉਹਨਾਂ ਨੂੰ ਸੁੰਗੜਨ ਵੀ ਦੇ ਦਿੰਦੇ ਆ। ਠੀਕ ਹੈ, ਇਹਦੀ ਹੈਲਪ ਨਾਲ ਸੁੰਗੜਦੇ ਅਤੇ ਫੈਲਦੇ। ਸਾਡੇ ਸਰੀਰ ਦੇ ਵਿੱਚ 40% ਭਾਗ ਮਸਲ ਦਾ ਹੁੰਦਾ ਹੈ। ਮਾਸਪੇਸ਼ੀਆਂ ਪੁੱਛਿਆ ਜਾ ਸਕਦਾ ਆਪਣੇ ਮਾਸਪੇਸ਼ੀਆਂ ਉਹਦਾ ਕਿੰਨੇ % ਭਾਰ ਆ। ਮੰਨ ਲਓ ਕਿਸੇ ਬੰਦੇ ਦਾ 100 ਕਿਲੋ ਭਾਰ ਆ, ਉਹਦੇ ਵਿੱਚ 40% ਭਾਗ ਉਹਦੇ ਮਾਸਪੇਸ਼ੀਆਂ ਦੀ ਹੋਣਾ ਗਾ। ਇਹ ਗੱਲ ਯਾਦ ਰੱਖੋ, ਮਸਲ ਦਾ ਭਾਰ ਹੀ ਹੋਣਾ ਗਾ। ਇਸ ਮਸਕੂਲਰ ਟਿਸ਼ੂ ਦੇ ਵਿੱਚ ਫਲੱਡ ਵੀ ਹੁੰਦਾ ਹੈ। ਜਿਹੜਾ ਆਪਣਾ ਇਹ ਮਸਕੂਲਰ ਸਰੀਰ ਆਪਣੇ ਦੇਖੋ ਮਾਸਪੇਸ਼ੀਆਂ ਆਪਣੇ ਇਹਨਾਂ ਦੇ ਵਿੱਚ ਇੱਕ ਫਲੱਡ ਹੁੰਦਾ ਗਾ। ਇੱਕ ਕੈਮੀਕਲ ਪਦਾਰਥ ਹੁੰਦਾ ਜਾਂ ਇੱਕ ਤਰਲ ਪਦਾਰਥ ਹੁੰਦਾ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਸਾਈਕਰੋਪਲਾਜ਼ਮ, ਅਤੇ ਇੱਕ ਕਿਹੜਾ ਹੁੰਦਾ ਗਾ ਸਾਈਕਰੋਲੀਮਾ। ਇਹ ਗੱਲ ਯਾਦ ਰੱਖਣੀ, 2 ਹੁੰਦੇ ਆ ਸਾਈਕਰੋਪਲਾਜ਼ਮ ਅਤੇ ਸਾਈਕਰੋਲੀਮਾ। ਜਿਹੜੇ ਆਪਣੇ ਮਸਲ ਹੁੰਦੇ ਆ ਇਹਨਾਂ ਦੇ ਵਿੱਚ ਹੁੰਦੇ ਆ। ਇਹਨਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾਂ ਹੁੰਦੇ ਆ ਸਟਰੇਟ ਮਸਲ। ਇਸ ਨੂੰ ਸਕੈਟਲ ਜਾਂ ਬਾਉਂਟੇਰੀ ਮਸਲ ਵੀ ਕਿਹਾ ਜਾਂਦਾ। ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਸਟਰੇਟ ਮਸਲ ਦਾ ਦੂਸਰਾ ਨਾਮ ਕੀ ਹੈ? ਬਾਉਂਟੇਰੀ ਮਸਲ ਕਿਹਾ ਜਾਂਦਾ ਹੈ। ਇਹ ਲੰਬੀ ਫਾਈਬਰ ਦਾ ਹੁੰਦਾ ਹੈ। ਇਸ ਵਿੱਚ ਲਾਈਟ ਐਂਡ ਡਾਰਕ ਬਾਉਂਡ ਹੁੰਦਾ। ਇਹ ਭਾਵੇਂ ਰਹਿਣ ਤੋਂ ਯਾਦ ਕਰਨ।
ਜੋ ਮਸਲ ਆਪਣੀ ਮਰਜ਼ੀ ਨਾਲ ਮੂਵਮੈਂਟ ਕਰਦੇ ਹਨ ਉਹਨਾਂ ਨੂੰ ਵੋਲੰਟੇਰੀ ਮਸਲ ਕਿਹਾ ਜਾਂਦਾ। ਜਿਹੜੀਆਂ ਮਾਸਪੇਸ਼ੀਆਂ ਆਪਣੀ ਮਰਜ਼ੀ ਨਾਲ ਗਤੀ ਕਰਦੀਆਂ ਹਨ, ਠੀਕ ਹੈ, ਜਿਵੇਂ ਆਪਣੀ ਅੱਖ ਝਪਕਦੀ ਹੈ, ਇਹ ਆਪਣੀ ਮਰਜ਼ੀ ਨਾਲ ਝਪਕਦੀ ਹੈ, ਠੀਕ ਹੈ। ਸਾਹ ਉਹ ਆਪਣੀ ਮਰਜ਼ੀ ਨਾਲ ਆਉਂਦਾ ਆਪਾਂ ਨੂੰ, ਠੀਕ ਹੈ। ਤਾਂ ਇਹ ਚੀਜ਼ਾਂ ਹੁੰਦੀਆਂ, ਇਹ ਹੱਡੀਆਂ ਨਾਲ ਜੁੜੇ ਹੋਏ ਹੁੰਦੇ ਹਨ। ਇਹ ਸਾਰੇ ਮਸਲ ਜਿਹੜੇ ਆਪਣੇ ਇਹ ਹੱਡੀਆਂ ਨਾਲ ਜੁੜੇ ਹੋਏ ਹੁੰਦੇ, ਇਹ ਗੱਲ ਯਾਦ ਰੱਖਣੀ ਹੈ। ਇਹ ਉਹ ਮਸਲ ਹੈ ਜਿਹੜੇ ਆਪਦੇ ਆਪ ਕੰਮ ਕਰਦੇ ਆ ਅਤੇ ਕਾਹਦੇ ਜੁੜੇ ਹੁੰਦੇ ਆ, ਹੱਡੀਆਂ ਨਾਲ ਜੁੜੇ ਹੁੰਦੇ ਆ। ਜਿਵੇਂ ਕਿ ਟੰਗ, ਜੀਭ ਹੋ ਗਈ ਆਪਣੀ, ਫੈਰੈਕਸ ਜਿਹੜੀ ਆਪਣੀ ਸਾਹ ਨਾਲੀ ਹੁੰਦੀ ਹੈ, ਖਾਣੇ ਵਾਲੀ ਨਾਲੀ ਹੁੰਦੀ ਹੈ, ਡਾਇਆਫੈਰਾਗਮ, ਠੀਕ ਹੈ। ਇਹ ਸਾਰੀਆਂ ਕੀ ਆ ਜਿਹੜੀਆਂ ਆਪਣੀ ਗਾਹਾਂ ਜਗ੍ਹਾ ਦੋ ਭਾਗਾਂ 'ਚ ਵੰਡੀ ਜਾਂਦੀ ਹੈ। ਤਾਂ ਇਹ ਜਿਹੜੀਆਂ ਆਹ ਚੀਜ਼ਾਂ ਹੈਗੀਆਂ, ਜਿਹੜੀਆਂ ਹੈਗੀਆਂ ਸਟ੍ਰੇਟਰ ਮਸਲ, ਇਹ ਉਹ ਹੁੰਦੇ ਜਿਹੜੇ ਆਪਣੇ ਆਪ ਮੂਵਮੈਂਟ ਕਰਦੇ ਆ, ਪਰ ਇਹ ਹੱਡੀਆਂ ਨਾਲ ਜੁੜੇ ਹੋਏ ਹੁੰਦੇ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਇਹਨਾਂ ਨੂੰ ਸਕੈਟਲ ਵੀ ਕਿਹਾ ਜਾਂਦਾ ਗਾ। ਇਸ ਤੋਂ ਬਾਅਦ ਦੁੱਖ ਹੈਗਾ ਸਮੂਥ ਮਸਲ, ਜੋ ਆਪਣੀ ਮਰਜ਼ੀ ਨਾਲ ਕੰਮ ਕਰਦੇ। ਉਹ ਤਾਂ ਹੱਡੀਆਂ ਨਾਲ ਜੁੜੇ ਹੋਏ ਹੁੰਦੇ, ਇਹ ਹੱਡੀਆਂ ਨਾਲ ਨਹੀਂ ਜੁੜੇ ਹੁੰਦੇ। ਇਹ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਬਸ। ਜਿਵੇਂ ਕਿ ਆਪਣਾ ਪਾਚਨ ਤੰਤਰ ਹੋ ਗਿਆ ਤੋਂ ਲੈ ਕੇ ਓਸੀਓਫੈਕਸ ਜਿਹੜੀ ਆਪਣੀ ਖਾਣੇ ਵਾਲੀ ਨਾਲੀ ਹੁੰਦੀ ਹੈ, ਉਹ ਤੋਂ ਲੈ ਕੇ ਐਨਸ ਤੱਕ। ਐਨਸ ਹੁੰਦਾ ਜਦੋਂ ਆਪਾਂ ਸਰੀਰ ਤੋਂ ਖਾਣਾ ਬਾਹਰ ਕੱਢਦੇ ਹਾਂ, ਠੀਕ ਹੈ। ਸੁਬਾਹ ਤੁਸੀਂ ਲੈਟਰਿਨ ਜਾਂਦੇ ਹੋਗੇ ਉਦੋਂ। ਇਹ ਹੱਡੀ ਨਾਲ ਨਹੀਂ ਜੁੜੇ ਹੁੰਦੇ, ਠੀਕ ਹੈ। ਦੋ ਚੀਜ਼ਾਂ ਦੇ ਪ੍ਰਸ਼ਨ ਬਣਨਾ, ਇੱਕ ਦਾ ਬਣਨਾ ਸਟ੍ਰੇਟਡ ਕਰਕੇ ਗਏ ਆਪਾਂ। ਨੰਬਰ 2 ਸਮੂਥ। ਜਿਹੜਾ ਸਮੂਥ ਵਾਲਾ ਗਾ ਇਹਦਾ ਹੁੰਦੇ ਤਾਂ ਇਹ ਵੀ ਦੋਨੇ ਆਪਦੀ ਮਰਜ਼ੀ ਨਾਲ ਤੋਂ ਬਿਨਾਂ ਕੰਮ ਕਰਦੇ ਆ ਵੀ ਆਪਦੀ ਮਰਜ਼ੀ ਨਾਲ ਮੂਵਮੈਂਟ ਕਰਦੇ ਆ ਅਤੇ ਵੀ ਆਪਦੀ ਮਰਜ਼ੀ ਨਾਲ ਮੂਵਮੈਂਟ ਕਰਦੇ ਆ। ਬਸ ਇਹ ਕਿ ਜੇ ਸਟ੍ਰੇਟ ਹੈ ਇਹ ਹੱਡੀਆਂ ਨਾਲ ਜੁੜਿਆ ਹੋਇਆ ਹੁੰਦਾ ਗਾ, ਜਿਹੜਾ ਆਪਣਾ ਸਮੂਥ ਹੈ ਇਹ ਹੱਡੀਆਂ ਨਾਲ ਨਹੀਂ ਜੁੜਿਆ ਹੋਇਆ ਹੁੰਦਾ, ਠੀਕ ਹੈ। ਇਸ ਵਿੱਚ ਜੋ ਛਿੱਲ ਪਾਇਆ ਜਾਂਦਾ ਉਸ ਨੂੰ ਮਾਈਕੋਸਾਈਟ ਆਕਾਰ ਦਾ ਹੁੰਦਾ ਹੈ। ਇਹ ਵੀ ਚੀਜ਼ ਯਾਦ ਕਰਨ ਦੀ ਕੋਈ ਲੋੜ ਨਹੀਂ। ਇਸ ਤੋਂ ਬਾਅਦ ਕਾਰਡਿਕ ਮਸਲ। ਕਾਰਡਿਕ ਦੀ ਕਿਤੇ ਵੀ ਗੱਲ ਆ ਗਈ, ਕਾਰਡਿਕ ਦਾ ਸੰਬੰਧ ਹੁੰਦਾ ਦਿਲ ਨਾਲ। ਦਿਲ ਨੂੰ ਆਪਾਂ ਕਹਿੰਦੇ ਨੇ ਹਾਰਟ, ਠੀਕ ਹੈ। ਇਸ ਵਿੱਚ ਦੋਵੇਂ ਗੁਣ ਹੁੰਦੇ ਹਨ। ਕਿਹੜੇ ਕਿਹੜੇ ਗੁਣ ਹੁੰਦੇ? ਜੇ ਦੋਵੇਂ ਗੁਣ ਹੁੰਦੇ ਆ, ਕਹਿੰਦਾ ਮਤਲਬ ਇਹ ਹੱਡੀ ਨਾਲ ਜੁੜਿਆ ਹੋਇਆ ਵੀ ਹੁੰਦਾ ਅਤੇ ਹੱਡੀ ਨਾਲ ਨਹੀਂ ਜੁੜਿਆ ਹੋਇਆ ਵੀ ਹੁੰਦਾ, ਠੀਕ ਹੈ। ਕਾਰਡਿਕ ਮਸਲ ਉਹ ਹੁੰਦੇ ਆ ਜਿਹੜੇ ਆਪਣੇ ਦਿਲ ਦੀ ਰੱਖਿਆ ਕਰਦੇ ਆ, ਜਿਹੜੇ ਆਪਣੇ ਹਾਰਟ ਨੂੰ ਬਚਾਉਂਦੇ ਆ ਬਾਹਰਲੀ ਕਿਸੇ ਸ਼ਕਤੀ। ਮੰਨ ਲਓ ਕਿਸੇ ਨੇ ਆਪਣੀ ਮੁੱਕੀ ਮਾਰੀ ਦਿਲ 'ਤੇ, ਐਂ ਤਾਂ ਨਹੀਂ ਹੈਗਾ ਆਪਾਂ ਨਾਲ ਦੀ ਨਾਲ ਹੀ ਮਰ ਜਾਂਗੇ। ਤਾਂ ਜਿਹੜੀਆਂ ਇਹਦੇ ਆਲੇ ਦੁਆਲੇ ਕਾਰਡਿਕ ਮਸਲ ਹੋਣਗੇ, ਉਹ ਆਪਣੀ ਇੱਕ ਵਾਰੀ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ, ਜਿੱਥੋਂ ਤੱਕ ਵੀ ਸੁਰੱਖਿਅਤ ਹੋ ਸਕੀ ਉੱਥੋਂ ਤੱਕ ਉਹ ਆਪਣੀ ਸੁਰੱਖਿਆ ਕਰੂਗਾ। ਕਿਹੜਾ? ਕਾਰਡਿਕ ਮਸਲ। ਪੁੱਛਿਆ ਜਾ ਸਕੇ ਕਾਰਡਿਕ ਮਸਲ ਹੁੰਦਾ ਕਾਹਦੀ ਸੁਰੱਖਿਆ ਕਰਦਾ? ਇਹ ਆਪਣੇ ਦਿਲ ਦੀ ਸੁਰੱਖਿਆ ਕਰਦਾ। ਇਹ ਗੱਲ ਯਾਦ ਰੱਖਣੀ ਹੈ। 3 ਪੜ੍ਹ ਕੇ ਗਏ ਆਪਾਂ, ਦੁਬਾਰੇ ਫੇਰ ਦੇਖ ਲਓ। ਸਭ ਤੋਂ ਪਹਿਲਾਂ ਸਟ੍ਰੇਟ, ਨੰਬਰ 2 'ਤੇ ਸਮੂਥ, ਨੰਬਰ 3 'ਤੇ ਕਾਰਡਿਕ। ਜਿਹੜਾ ਸਟ੍ਰੇਟ ਹੈ ਇਹ ਆਪਦੀ ਮਰਜ਼ੀ ਨਾਲ ਹੀ ਮੂਵਮੈਂਟ ਕਰਦਾ, ਠੀਕ ਹੈ। ਵੱਟ ਕੀ ਕਰਦਾ? ਇਹ ਹੱਡੀਆਂ ਨਾਲ ਜੁੜਿਆ ਹੋਇਆ ਹੁੰਦਾ ਗਾ। ਹੱਡੀਆਂ ਨੂੰ ਆਪਾਂ ਕਹਿੰਦੇ ਨੇ ਬੋਨ ਨਾਲ ਜੁੜਿਆ ਹੋਇਆ ਹੁੰਦਾ। ਜਿਹੜਾ ਸਮੂਥ ਹੈ ਇਹ ਵੀ ਆਪਦੇ ਆਪ ਹੀ ਮੂਵਮੈਂਟ ਕਰਦਾ ਆਪਣੀ ਮਰਜ਼ੀ ਨਾਲ, ਪਰ ਇਹ ਹੱਡੀਆਂ ਨਾਲ ਨਹੀਂ ਜੁੜਿਆ ਹੁੰਦਾ। ਜਿਹੜਾ ਕਾਰਡਿਕ ਹੁੰਦਾ, ਕਾਰਡਿਕ ਦਾ ਕੀ ਮਤਲਬ ਹੁੰਦਾ? ਆਪਣਾ ਜਿਹੜਾ ਦਿਲ ਹੈਗਾ ਉਹਨੂੰ ਬਾਹਰਲੀਆਂ ਸੱਟਾਂ ਤੋਂ ਬਚਾਉਣਾ। ਇਹ ਕੰਮ ਹੁੰਦਾ ਕਾਰਡਿਕ ਦਾ। ਹੁਣ ਆਪਾਂ ਕਰਦੇ ਹਾਂ ਇੰਪੋਰਟੈਂਟ ਫੈਕਟ ਕਰਦੇ ਹਾਂ। ਦੇਖੋ ਪਹਿਲਾਂ ਤਾਂ ਪ੍ਰਸ਼ਨ ਇਹੀ ਪਾਉਣਾ ਜਿਹੜੇ ਸਾਡੇ ਮਾਸਲ ਸਰੀਰ 'ਚ ਮਾਸਪੇਸ਼ੀਆਂ ਹੈਗੀਆਂ, ਇਹਦਾ ਭਾਰ ਕਿੰਨਾ ਹੁੰਦਾ? ਇਹਦਾ ਭਾਰ ਹੁੰਦਾ 40%, ਠੀਕ ਹੈ। ਮੰਨ ਲਓ ਕੋਈ ਬੰਦਾ 100 ਕਿਲੋ ਦਾ ਹੈਗਾ, ਉਹਦੇ ਵਿੱਚ ਜੇ ਤੋਂ ਪੁੱਛ ਲਿਆ ਕਿ ਕੋਈ ਬੰਦਾ 100 ਕਿਲੋ ਦਾ, ਉਹਦੇ ਵਿੱਚ ਮਾਸਪੇਸ਼ੀਆਂ ਦਾ ਭਾਰ ਕਿੰਨਾ ਹੋਊਗਾ? 40 ਕਿਲੋ ਹੋਊਗਾ। ਜੇ ਕੋਈ ਬੰਦਾ 90 ਕਿਲੋ ਦਾ, ਉਹਦੇ ਵਿੱਚ ਮਾਸਪੇਸ਼ੀਆਂ ਦਾ ਭਾਰ ਕਿੰਨਾ ਹੋਊਗਾ? 40% ਦੇਖ ਲਓ 90 ਦਾ ਕਿੰਨਾ ਹੁੰਦਾ? 9 ਚੌਂਕਾ 36 kg ਭਾਰ ਉਹਦਾ ਮਾਸਪੇਸ਼ੀਆਂ ਦਾ। ਬਾਕੀ ਜਿਹੜਾ ਰਹਿ ਗਿਆ ਉਹਦਾ ਆਪਦਾ ਭਾਰ ਹੈਗਾ, ਠੀਕ ਹੈ। ਪ੍ਰਸ਼ਨ ਸਭ ਤੋਂ ਮੇਨ ਪ੍ਰਸ਼ਨ ਜਿਹੜਾ ਪ੍ਰਸ਼ਨ 101% ਪੇਪਰ ਦੇ ਵਿੱਚ ਬਣਨਾ ਹੀ ਬਣਨਾ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਪ੍ਰਸ਼ਨ ਨਾ ਬਣੇ ਪੇਪਰ ਦੇ ਵਿੱਚ। ਕਿ ਸਾਡੇ ਸਰੀਰ ਦੇ ਵਿੱਚ ਮਾਸਪੇਸ਼ੀਆਂ ਦੀ ਗਿਣਤੀ ਕਿੰਨੀ ਹੈ? 639 ਗਿਣਤੀ ਹੈ ਸਾਡੇ ਮਾਸਪੇਸ਼ੀਆਂ ਦੀ। ਇਹਨਾਂ ਦੇ ਵਿੱਚੋਂ 400 ਤਾਂ ਸਟ੍ਰੇਟ ਮਸਲ ਵਾਲੀਆਂ ਹੁੰਦੀਆਂ ਹਨ, ਜੋ ਕਿ ਜ਼ਿਆਦਾ ਪਿੱਠ ਦੇ ਵਿੱਚ ਹੁੰਦੀਆਂ ਹਨ। ਆਪਣੀ ਪਿੱਠ ਦੇ ਵਿੱਚ 180 ਮਸਲ ਹੁੰਦੇ ਹਨ। ਬਸ ਤੁਸੀਂ ਇਹ ਚੀਜ਼ ਦਾ ਯਾਦ ਕਰਨੀ ਰਹਿੰਦੇ, ਕਿਉਂਕਿ ਇਹ ਚੀਜ਼ ਅੱਜ ਤੱਕ ਪੇਪਰ 'ਚ ਕਦੇ ਵੀ ਪੁੱਛੀ ਨਹੀਂ ਗਈ। ਪ੍ਰਸ਼ਨ ਦੇ ਵਿੱਚ ਮੇਨ ਚੀਜ਼ ਇਹੀ ਪੁੱਛੀ ਜਾਂਦੀ ਹੈ ਕਿ ਆਪਣੇ ਸਰੀਰ ਦੇ ਵਿੱਚ ਕੋਲ ਕਿੰਨੀਆਂ ਮਾਸਪੇਸ਼ੀਆਂ ਹੈਗੀਆਂ। ਤਾਂ 639 ਆਨਸਰ ਲਾ ਕੇ ਹੀ ਆਉਣਾ ਹੈ। ਕਈ ਵਾਰੀ ਇਹ ਹੁੰਦਾ ਕਿ 639 ਆਪਸ਼ਨ ਦੇ ਵਿੱਚ ਨਹੀਂ ਹੁੰਦਾ, 640 ਪਿਆ ਹੁੰਦਾ। ਆਪਾਂ ਕਹਿੰਦੇ ਨੇ ਯਾਰ ਆਪਾਂ 639 ਪੜ੍ਹ ਕੇ ਗਏ ਸੀ, ਜਾਂ ਇੱਥੇ 638 ਪਿਆ ਹੋਊਗਾ। ਤਾਂ ਇਹ ਚੀਜ਼ ਐਵਰੇਜ ਹੁੰਦੀ ਹੈ, ਠੀਕ ਹੈ। ਵੈਸੇ 639 ਸਹੀ, ਜੇ 639 ਪਿਆ ਹੋਊਗਾ 100%, ਤਾਂ ਤੁਸੀਂ ਇਹੀ ਟਿੱਕ ਲਾ ਕੇ ਆਉਣਾ। ਇਸ ਤੋਂ ਬਾਅਦ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਮਾਸਪੇਸ਼ੀ ਕਿਹੜੀ ਹੁੰਦੀ ਹੈ? ਵੈਰੀ 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 ਇੰਪੋਰਟੈਂਟ, ਗਲੂਟਰਸ ਮੈਕਸੀਵਲ ਸਭ ਤੋਂ ਲੰਬੀ ਹੁੰਦੀ ਹੈ। ਕਿੱਥੇ ਹੁੰਦੀ ਹੈ? ਕੂਹਣੀ ਦੇ ਵਿੱਚ। ਇਹ ਪ੍ਰਸ਼ਨ ਪੱਕਾ ਪੁੱਛਿਆ ਜਾਣਾ ਹੈ ਕਿ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਮਾਸਪੇਸ਼ੀ ਕਿਹੜੀ ਹੁੰਦੀ ਹੈ? ਗਲੂਟਰਸ ਮੈਕਸੀਵੈਲ। ਕਿੱਥੇ ਹੁੰਦੀ ਹੈ ਇਹ? ਕੂਹਣੀ ਦੇ ਵਿੱਚ। ਦੋ ਚੀਜ਼ਾਂ ਦੇ ਪ੍ਰਸ਼ਨ ਬਣਨਗੇ, ਇੱਕ ਤਾਂ ਪੁੱਛੇ ਕਿਹੜੀ ਹੈ, ਇੱਕ ਦੂਸਰੀ ਕਿੱਥੇ ਹੁੰਦੀ ਆ, ਠੀਕ ਹੈ। 2 ਪ੍ਰਸ਼ਨ ਬਣ ਗਏ। ਚਲੋ ਹੁਣ ਅਗਲੇ 'ਤੇ ਚੱਲਦੇ ਹਾਂ।
ਹੁਣ ਪੁੱਛਿਆ ਜਾਊਗਾ ਸਰੀਰ ਦੀ ਸਭ ਤੋਂ ਛੋਟੀ ਮਾਸਪੇਸ਼ੀ ਕਿਹੜੀ ਹੈ? ਸਟੈਪਿਡਸ। ਸਟੈਪਿਡਸ ਆ ਜਿਹੜੀ ਆਪਣੇ ਸਰੀਰ ਦੀ ਸਭ ਤੋਂ ਛੋਟੀ ਮਾਸਪੇਸ਼ੀ ਹੈ। ਇਹ ਗੱਲ ਵੀ ਯਾਦ ਰੱਖਣੀ ਆ। ਹੁਣ ਆਪਾਂ ਇਹਦੇ ਵਿੱਚ ਇੱਕ ਕਵਰ ਹੋਰ ਕਰ ਰਹੇ ਹਾਂ, ਦੰਦਾਂ ਦਾ ਅਧਿਐਨ ਕਰ ਰਹੇ ਹਾਂ ਆਪਾਂ। ਜਿਹੜੇ ਆਪਣੇ ਦੰਦ ਹੁੰਦੇ ਆ ਉਹਨਾਂ ਦੀ ਗੱਲ ਕਰ ਰਹੇ ਹਾਂ। ਦੰਦਾਂ ਦੀ ਸਟੱਡੀ ਨੂੰ ਕੀ ਕਹਿੰਦੇ ਆ? ਪ੍ਰਸ਼ਨ ਪੱਕਾ ਆਉਣਾ ਗਾ। ਜਿਹੜੇ ਆਪਣੇ ਦੰਦਾਂ ਦੇ ਕੋਈ ਵੀ ਬੰਦਾ ਦੇਖੋ, ਕੋਈ ਬੰਦਾ ਸਬਜ਼ੀ 'ਤੇ ਸਟੱਡੀ ਕਰਦਾ ਉਹਨੂੰ ਆਪਾਂ ਕਹਿੰਦੇ ਓਲੇਰੀਕਲਚਰ, ਕੋਈ ਫੁੱਲਾਂ 'ਤੇ ਸਟੱਡੀ ਕਰਦਾ ਉਹਨੂੰ ਆਪਾਂ ਕਹਿੰਦੇ ਫਲੋਰੀਕਲਚਰ, ਕੋਈ ਐਗਰੀਕਲਚਰ ਸਟੱਡੀ ਕਰਦੇ ਆ ਉਹਨੂੰ ਕਹਿੰਦੇ ਆਪਾਂ ਐਗਰੀਕਲਚਰ। ਠੀਕ ਹੈ, ਉਵੇਂ ਜਿਵੇਂ ਜਿਹੜੇ ਕਿਸੇ ਵਿਭਾਗ 'ਤੇ, ਜਿਹੜੇ ਕਿਸੇ ਸੰਸਥਾ 'ਤੇ, ਜਿਹੜੇ ਕਿਸੇ ਟੌਪਿਕ 'ਤੇ ਕੋਈ ਬੰਦਾ ਕੀ ਕਰਦਾ ਗਾ, ਖੋਜ ਕਰਦਾ ਗਾ, ਉਹਦੀ ਇੱਕ ਅਲੱਗ ਸਟੱਡੀ ਮੰਨੀ ਜਾਂਦੀ ਹੈ। ਜਿਵੇਂ ਹੁਣ ਜਿਹੜਾ ਡਾਕਟਰ ਹੈਗਾ ਦਿਲ ਦੇ ਰੋਗਾਂ ਨੂੰ ਦੇਖਦਾ ਉਹਨੂੰ ਆਪਾਂ ਕਾਰਡੀਓਲੋਜਿਸਟ ਕਹਾਂਗੇ। ਜਿਹੜਾ ਬੰਦਾ ਹੁਣ ਦਿਮਾਗ ਦਾ ਡਾਕਟਰ ਹੈਗਾ ਉਹਨੂੰ ਆਪਾਂ ਕਹਾਂਗੇ ਨਿਊਰੋਲੋਜਿਸਟ। ਠੀਕ ਹੈ, ਇਸ ਤਰ੍ਹਾਂ ਨਾਲ ਅਲੱਗ-ਅਲੱਗ ਕਿੱਤੇ ਹੁੰਦੇ ਅਤੇ ਅਲੱਗ-ਅਲੱਗ ਕਿੱਤਿਆਂ ਨਾਲ ਹੀ ਜੋੜਿਆ ਜਾਂਦਾ। ਹੁਣ ਦੇਖੋ ਜਿਹੜੀ ਮੇਨ ਗੱਲ ਬਣਦੀ ਹੁਣ ਇਹਨੇ ਪੁੱਛਿਆ ਕਿ ਦੰਦਾਂ ਦੇ ਅਧਿਐਨ, ਜਿਹੜਾ ਦੰਦਾਂ ਦਾ ਅਧਿਐਨ ਹੁੰਦਾ ਉਹਨੂੰ ਕੀ ਕਿਹਾ ਜਾਂਦਾ? ਦੰਦਾਂ ਦਾ ਅਧਿਐਨ ਕਰਨਾ ਗਾ ਕਿ ਭਾਈ ਦੰਦਾਂ ਦੀ ਸਟੱਡੀ ਕਰਨੀ A to Z, ਉਹਨੂੰ ਆਪਾਂ ਕਹਾਂਗੇ ਓਡੋਂਟੋਲੋਜੀ। ਇਹ ਗੱਲ ਯਾਦ ਰੱਖਣੀ ਹੈ। ਆਪਣੇ ਦੰਦ ਕਾਹਦੇ ਬਣੇ ਹੁੰਦੇ ਆ? ਆਪਣੇ ਦੰਦ ਬਣੇ ਹੁੰਦੇ ਆ ਕੈਲਸ਼ੀਅਮ ਫੋਸਫੇਟ ਦੇ। ਅਤੇ ਕੈਲਸ਼ੀਅਮ ਫੋਸਫੇਟ ਦੇ ਵਿੱਚ ਕਿਹੜੀਆਂ ਦੋ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਆਪਣੇ ਦੰਦ ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਆ? ਇਨਾਮਿਲ ਅਤੇ ਡੈਟਾਇਸ। ਇਹ ਪੁੱਛਿਆ ਜਾਣਾ ਗਾ ਕਿ ਦੰਦ ਕਾਹਦੇ ਬਣੇ ਹੁੰਦੇ ਆ? ਕੈਲਸ਼ੀਅਮ ਫਾਸਫੇਟ ਦੇ। ਇੱਕ ਪੁੱਛਿਆ ਜਾਊਗਾ ਕਿਹਦੇ ਕਰਕੇ ਦੰਦ ਕਠੋਰ ਹੁੰਦੇ ਆ? ਇਨਾਮਿਲ। ਜਿਹੜਾ ਇਨਾਮਿਲ ਨਹੀਂ ਹੁੰਦਾ ਆਪਣੇ ਦੰਦਾਂ ਦੇ ਵਿੱਚ, ਇਹਦੇ ਕਰਕੇ ਆਪਣੇ ਦੰਦ ਕਠੋਰ ਹੁੰਦੇ ਆ। ਅਤੇ ਜਿਹੜਾ ਡਾਇਟਾਇਸ ਹੁੰਦਾ ਇਹ ਵੀ ਨਾਲ ਸਾਥ ਦਿੰਦਾ ਇਹਦਾ। ਠੀਕ ਹੈ, ਆਪਣੇ ਦੁੱਧ ਦੇ ਦੰਦ ਕਿੰਨੇ ਹੁੰਦੇ ਆ? ਪੁੱਛਿਆ ਜਾ ਸਕਦਾ ਕਿ ਬੱਚਿਆਂ ਦੇ ਵਿੱਚ ਦੁੱਧ ਦੇ ਆਪਾਂ ਦੰਦ ਨਿਕਲਦੇ ਨਹੀਂ, ਜਦੋਂ ਆਪਾਂ ਛੋਟੇ ਹੁੰਦੇ ਆਪਾਂ ਨਿਕਲਦੇ ਤਾਂ ਆਪਣੇ 20 ਦੰਦ ਨਿਕਲਦੇ ਆ। ਠੀਕ ਹੈ, 20 ਦੰਦ ਨਿਕਲ ਕੇ ਦੁਬਾਰੇ ਆਉਂਦੇ ਆ। ਕਿੰਨੇ ਦੰਦ ਹੁੰਦੇ ਟੋਟਲ ਆਪਣੇ? 32 ਦੰਦ। ਪੁੱਛਣਗੇ ਕਿ ਕਿੰਨੇ ਦੰਦ ਹੁੰਦੇ ਆਪਣੇ? 32 ਦੰਦ ਹੁੰਦੇ ਆ ਭਾਈ ਟੋਟਲ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਅਤੇ ਆਪਣੇ ਜੀਵਨ, ਆਪਣੇ ਪੂਰੇ ਜੀਵਨ ਦੇ ਵਿੱਚ ਆਪਣੇ ਕਿੰਨੇ ਦੰਦ ਆਉਂਦੇ ਆ? 32 ਦੰਦ ਤਾਂ ਆਉਂਦੇ ਹੀ ਹੁੰਦੇ ਆ, 20 ਤੋਂ ਪਹਿਲਾਂ ਨਿਕਲ ਜਾਂਦੇ ਹੁੰਦੇ ਆ। ਤਾਂ 52 ਦੰਦ ਹੁੰਦੇ ਆ ਆਪਣੇ ਜੀਵਨ ਕਾਲ ਦੇ ਵਿੱਚ। ਇੱਥੇ ਸਾਰੇ ਗਲਤੀ ਕਰਕੇ ਆਉਂਦੇ। ਇਹ ਸਾਰੇ ਨੇ ਕੀ ਕਰਕੇ ਆਉਂਦੇ? ਪੁੱਛਣਗੇ ਆਪਣੇ ਜੀਵਨ ਕਾਲ ਦੇ ਵਿੱਚ ਕਿੰਨੇ ਦੰਦ ਹੁੰਦੇ ਆ, ਅਤੇ ਆਪਾਂ ਚੁੱਪ ਕਰਕੇ ਕਹਿ ਦੇਣਾ ਸੀ 32 ਹੁੰਦੇ ਆ ਜੀ। ਜੇ ਜੀਵਨ ਕਾਲ ਦੀ ਗੱਲ ਕਰਦੀ, ਜੀਵਨ ਕਾਲ ਦੇ ਵਿੱਚ 52 ਆਉਣਗੇ ਆਪਣੇ। ਠੀਕ ਹੈ, ਦੰਦਾਂ ਦੀਆਂ ਕਿੰਨੀਆਂ ਕਿਸਮਾਂ ਹਨ? ਆਪਣੇ ਦੰਦ 4 ਤਰ੍ਹਾਂ ਦੇ ਹੁੰਦੇ ਹਨ। ਇਨਸੀਜਰ ਤਾਂ ਹੁੰਦੇ ਜਿਹੜੇ ਮੂਰਲੇ। ਕਿਨਾਈਨ ਜਿਹੜੇ ਆਪਣੇ ਜਿਹਨੂੰ ਆਪਾਂ ਸੂਏ ਕਹਿ ਦਿੰਦੇ ਹਾਂ। ਇਹ ਤੋਂ ਬਾਅਦ ਹੁੰਦੇ ਪ੍ਰੀ ਮੋਲਰ ਅਤੇ ਮੋਲਰ। ਬਸ ਇਹ ਪ੍ਰਸ਼ਨ ਬਣੂਗਾ, ਹੋਰ ਕੋਈ ਨਹੀਂ ਬਣਦਾ ਇਹਦੇ ਵਿੱਚੋਂ। ਠੀਕ ਆ, ਆਹ ਹੁੰਦਾ ਕੋਡ ਜਿਹੜਾ ਤਾਂ ਆਪਾਂ ਹੁੰਦੇ ਆਪਾਂ ਹੁਣ ਵੱਡੇ ਬਾਲਗਾਂ 'ਚ ਆਉਣ ਲੱਗੇ। ਆਪਣਾ ਕੋਡ ਤਾਂ ਹੈਗਾ 2 1 2 3। ਠੀਕ ਹੈ, 2 1 2 3 3 4 5 6 7 8। ਠੀਕ ਹੈ, ਤਾਂ ਜਿਹੜਾ ਹੁੰਦਾ ਗਾ ਬੱਚਿਆਂ ਦੇ ਦੰਦ ਦਾ ਕੋਡ ਕੀ ਹੁੰਦਾ ਗਾ? 2 1 0 2। ਕਿਉਂਕਿ ਬੱਚਿਆਂ ਦੇ ਜਿਹੜੇ ਪ੍ਰੀ ਮੋਲਰ ਦੰਦ ਆ ਉਹ ਹੁੰਦੇ ਨਹੀਂ ਹੈਗੇ, ਤਾਂ ਕਰਕੇ ਇੱਥੇ 0 ਕੋਡ ਲਾਇਆ ਵਾ। ਠੀਕ ਹੈ, ਬਸ ਤੁਸੀਂ ਬਾਹਲਾ ਨਹੀਂ ਉਲਝਣਾ। ਤੁਸੀਂ ਸਿਰਫ ਕੀ ਯਾਦ ਕਰਨੇ ਕਿ ਉੱਥੇ ਦੰਦਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ? ਦੰਦਾਂ ਦੀਆਂ 4 ਕਿਸਮਾਂ ਹੁੰਦੀਆਂ। ਇੱਕ ਤੁਹਾਨੂੰ ਇਹ ਕਹਿ ਦਿੰਦੇ ਆ ਕਿ ਭਾਈ ਇਹਨੂੰ ਤਰਤੀਬ ਦੇ ਵਿੱਚ ਲਾਓ। ਸਭ ਤੋਂ ਪਹਿਲਾਂ ਆਊਗਾ ਇਨਸੀਜਰ। ਤਰਤੀਬ ਦੇ ਵਿੱਚ ਹੀ ਯਾਦ ਕਰਨਾ ਜਿਵੇਂ ਲਿਖਿਆ ਹੋਇਆ। ਦੁੱਗ ਦੇ ਕਿਨਾਈਨ, ਤਿੱਗ ਦੇ ਪ੍ਰੀ ਮੋਲਰ, ਚੌਥੇ ਮੋਲਰ। ਠੀਕ ਹੈ, ਦੁਬਾਰੇ ਫੇਰ ਸੁਣ ਲਓ। ਇਨਸੀਜਰ, ਕਿਨਾਈਨ, ਪ੍ਰੀ ਮੋਲਰ, ਮੋਲਰ। ਇਨਸੀਜਰ, ਕਿਨਾਈਨ, ਪ੍ਰੀ ਮੋਲਰ, ਮੋਲਰ। ਠੀਕ ਹੈ, ਹੁਣ ਇਹ ਨਹੀਂ ਭੁੱਲਣਾ। ਹੁਣ ਪੁੱਛਿਆ ਜਾਊ ਜਿਹੜਾ ਆਪਣਾ ਬਾਲਗ ਹੁੰਦਾ ਗਾ ਜਾਂ ਆਪਾਂ ਮਨੁੱਖ ਹੁੰਦੇ ਹਾਂ, ਆਪਣੇ ਦੰਦਾਂ ਦਾ ਕੋਡ ਕੀ ਹੁੰਦਾ? ਦੰਦਾਂ ਦਾ ਕੋਡ ਹੋਊਗਾ ਆਪਣਾ 21 23। 21 23 ਕਿਵੇਂ ਹੁੰਦਾ? 2 ਤਾਂ ਹੋ ਗਏ ਇਨਸੀਜਰ, 1 ਹੋ ਗਿਆ ਕਿਨਾਈਨ, 1 ਹੋ ਗਿਆ ਪ੍ਰੀ ਮੋਲਰ, 1 ਹੋ ਗਿਆ ਆਪਣਾ 3 ਨੰਬਰ 'ਤੇ ਹੋ ਗਿਆ ਆਪਣਾ ਮੋਲਰ। ਕਿੰਨੇ ਹੋ ਗਏ? ਇਹ ਹੋ ਗਿਆ 8। ਠੀਕ ਹੈ, 8 ਦੀ 4 ਨਾਲ ਗੁਣਾ ਕਰਨੀ ਹੁੰਦੀ ਹੈ ਬਸ। 8 ਚੌਂਕਾ 32। ਠੀਕ ਹੈ, ਤਾਂ ਉਵੇਂ ਜਿਵੇਂ ਆ ਦੇਖੋ 2 4 4 ਤੇ 5। ਆਹ ਕਿੰਨਾ ਹੋ ਗਿਆ? 2 ਤੇ 1 3 ਅਤੇ 5। 5 ਦੀ 4 ਨਾਲ ਗੁਣਾ ਕਰਨੀ ਹੈ 20। 20 ਕੀ ਹੋ ਗਏ? 20 ਬੱਚਿਆਂ ਦੇ ਦੰਦ ਹੁੰਦੇ ਆ। ਜਿਹੜੇ ਬੱਚਿਆਂ ਦੇ ਵਿੱਚ ਕਿੰਨੇ ਦੰਦ ਹੁੰਦੇ ਆ? 20 ਆਉਂਦੇ ਹੁੰਦੇ ਆ। ਇਹਨਾਂ ਦੇ ਵਿੱਚ ਦੰਦ ਕਿੰਨੇ ਹੁੰਦੇ ਹੈਗੇ? 32 ਹੁੰਦੇ ਆ ਬਾਲਗ ਮਨੁੱਖ ਦੇ ਵਿੱਚ। ਠੀਕ ਹੈ, ਦੰਦਾਂ ਦੇ ਕੋਡ ਨਹੀਂ ਭੁੱਲਣੇ ਤੁਸੀਂ। ਠੀਕ ਹੈ, ਜਿਹੜਾ ਪੁੱਛ ਲਿਆ ਬਾਲਗ ਦਾ ਕੋਡ ਕੀ ਹੈ ਦੰਦਾਂ ਦਾ, ਤਾਂ 21 23 ਆਊਗਾ। ਅਤੇ ਜੇ ਪੁੱਛ ਲਿਆ ਬੱਚਿਆਂ ਦੇ ਦੰਦਾਂ ਦਾ ਕੋਡ ਕਿੰਨਾ ਹੁੰਦਾ? 21 0 2 ਆਊਗਾ। ਜਾਂ ਪੁੱਛ ਸਕਦੇ 0 ਦਾ ਕੀ ਮਤਲਬ? 0 ਦਾ ਮਤਲਬ ਹੈ ਕਿ ਜੀ ਪ੍ਰੀ ਮੋਲਰ ਨਹੀਂ ਹੁੰਦੇ ਬੱਚਿਆਂ ਦੇ। ਠੀਕ ਹੈ, ਬੱਚਿਆਂ ਦੇ ਵਿੱਚ ਪ੍ਰੀ ਮੋਲਰ ਦੰਦ ਨਹੀਂ ਹੁੰਦੇ। ਬਸ ਆਹ ਚੀਜ਼ ਯਾਦ ਕਰ ਲਿਓ। ਜਿਹੜਾ ਇੱਕ ਸ਼ਾਮ ਨੂੰ ਤੁਹਾਨੂੰ ਮੈਂ ਲੈਕਚਰ ਪ੍ਰੋਵਾਈਡ ਕਰਵਾ ਦਿੰਦਾ ਗਾ ਐਂਡੋਕਰਾਈਨ ਅਤੇ ਐਕਸੋਕਰਾਈਨ ਕਰਵਾਉਣਾ ਅੱਜ। ਠੀਕ ਹੈ, ਅੱਜ ਆਪਾਂ ਐਂਡੋਕਰਾਈਨ ਅਤੇ ਐਕਸੋਕਰਾਈਨ ਕਰਾਂਗੇ। ਠੀਕ ਹੈ, ਐਂਡੋ ਅਤੇ ਐਕਸੋ ਤੁਹਾਨੂੰ ਸ਼ਾਮ ਨੂੰ ਕਰਵਾਊਂਗਾ।
ਤੇ ਇਹ ਗੱਲ ਯਾਦ ਰੱਖਣੀ, ਲੈਕਚਰ ਲਾ ਲੈਣਾ ਭਾਈ ਸਾਰਿਆਂ ਨੇ, ਠੀਕ ਹੈ। ਬਸ ਇਹੀ ਗੱਲ ਕਰਨੀ ਸੀ ਬੱਚਿਓ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕਦਾ ਹੈਗਾ। ਵੱਧ ਤੋਂ ਵੱਧ ਵਿਊ ਦਿਆ ਕਰੋ ਯਾਰ, ਵਿਊ ਘੱਟ ਆਉਂਦੇ ਤੁਹਾਡੇ 'ਤੇ।